अम्मी जी सियाने कहंदे आ कि अगर अकलमंद औरत होवे ना वो घर बना दिंदी आ, अगर बेवकूफ औरत होवे ना वो घर बर्बाद कर दिंदी आ। इदां ही कोई औरत सी ते ओदा एक बंदा सीगा, दोने ना आपस दे विच उन्हां दा प्यार मुहब्बत बड़ा सी, सलूक बड़ा सीगा ते बंदे दियां लहरां वहरां सी, बड़ा पैसा बड़ी दौलत सीगी। हुण एक दिन औरत अपने बंदे नूं कहंदी कित्थे चलना आ? ਉਹ ਕਹਿੰਦਾ ਭਲੀਏ ਲੋਕੇ ਮੈਂ ਚੱਲਾਂ ਸ਼ਿਕਾਰ ਤੇ। ਉਹ ਕਹਿੰਦੀ ਅੱਜ ਮੈਨੂੰ ਵੀ ਨਾਲ ਲੈ ਜਾ। ਉਹ ਕਹਿੰਦਾ ਚੱਲ ਤੋਰ। ਘੋੜੇ ਤੇ ਬੈਠੀ ਆਪਣੇ ਬੰਦੇ ਦੇ ਨਾਲ ਤੇ ਤੁਰ ਪਈ। ਹੁਣ ਜਾ ਰਹੇ ਆ ਰਸਤੇ ਦੇ ਵਿੱਚ ਨਾ ਕੋਈ ਜੰਗਲ ਜਿਹਾ ਆਇਆ। ਉਹ ਦੇਖਦੀ ਕੀ ਹੈ ਕਿ ਇੱਕ ਬਜ਼ੁਰਗ ਨਾ ਉਹਨੇ ਥੋੜੀਆਂ ਲੱਕੜੀਆਂ ਸਿਰ ਤੇ ਚੱਕੀਆਂ ਆ, ਪਸੀਨੇ ਨਾਲ ਭਿੱਜਿਆ ਹੋਇਆ ਤੇ ਪੈਰਾਂ 'ਚ ਜੁੱਤੀ ਕੋਈ ਟੁੱਟੀ ਹੋਈ ਮਾੜੀ ਮੋਟੀ ਤੇ ਫਟੇ ਪੁਰਾਣੇ ਕੱਪੜੇ। ਤੇ ਉਹ ਜਿਹੜਾ ਬੰਦਾ ਸੀ ਨਾ ਉਹਦਾ ਆਪਣੀ ਔਰਤ ਨੂੰ ਕਹਿੰਦਾ ਕਿ ਦੇਖ ਆ ਬਾਬਾ ਜੀ ਦੀ ਹਾਲਤ ਕੀ ਹੋਈ ਪਈ ਆ। ਤੇ ਉਹ ਕਹਿੰਦੀ ਲੱਗਦਾ ਕਿ ਇਹਦੇ ਘਰ ਨਾ ਕੋਈ ਔਰਤ ਨਹੀਂ ਹੈਗੀ, ਜੇ ਅਗਰ ਹੈਗੀ ਆ ਤੇ ਉਹ ਬੇਵਕੂਫ ਹੋਏਗੀ, ਉਹਨੂੰ ਅਕਲ ਨਹੀਂ ਹੈਗੀ। ਤੇ ਉਹ ਕਹਿੰਦਾ ਕੀ ਮਤਲਬ ਇਹਦਾ? ਉਹ ਕਹਿੰਦੀ ਜੇ ਅਗਰ ਅਕਲਮੰਦ ਔਰਤ ਹੋਵੇ ਨਾ ਉਹ ਘਰ ਬਣਾ ਦਿੰਦੀ ਆ, ਜੇ ਬੇਵਕੂਫ ਔਰਤ ਹੋਵੇ ਤਾਂ ਘਰ ਬਰਬਾਦ ਕਰ ਦਿੰਦੀ ਆ। ਤੇ घर दे विच औरत दा होना लाजमी आ, घर बनाना होवे तां औरत जरूरी आ, अकलमंद औरत। ਉਹ ਬੰਦੇ ਨੂੰ ਗੁੱਸਾ ਚੜਿਆ, ਕਹਿੰਦਾ ਮਿਹਨਤ ਮੈਂ ਕਰਦਾ, ਸਾਰਾ ਕੁਝ ਮੈਂ ਕਰਦਾ, ਤੂੰ ਕਹਿੰਨੀ ਆ ਕਿ ਅਕਲਮੰਦ ਔਰਤ ਹੋਵੇ ਤਾਂ ਘਰ ਬਣਾ ਦਿੰਦੀ, ਬੇਵਕੂਫ ਹੋਵੇ ਤਾਂ ਬਰਬਾਦ ਕਰ ਦਿੰਦੀ ਹੈ। ਤੇ ਸਾਰਾ ਕੁਝ ਬੰਦੇ ਤੇ ਡਿਪੈਂਡ ਕਰਦਾ ਆ ਕਿ ਬੰਦਾ ਮਿਹਨਤ ਮਜ਼ਦੂਰੀ ਕਰਦਾ ਆ। ਉਹ ਕਹਿੰਦੀ ਨਹੀਂ ਗੱਲ ਏਦਾਂ ਨਹੀਂ, ਤੁਸੀਂ ਗੱਲ ਨੂੰ ਸਮਝੇ ਨਹੀਂ ਹੈਗੇ, ਔਰਤ ਹੀ ਘਰ ਬਣਾਉਂਦੀ, ਔਰਤ ਹੀ ਬਰਬਾਦ ਕਰਦੀ ਆ। ਉਹ ਕਹਿੰਦਾ ਲੈ ਫਿਰ ਮੈਨੂੰ ਤੇਰੀ ਕੋਈ ਜ਼ਰੂਰਤ ਨਹੀਂ ਹੈਗੀ, ਮੈਨੂੰ ਲੱਗਦਾ ਕਿ ਤੂੰ ਵੀ ਕਹਿੰਦੀ ਆ ਕਿ ਮੈਂ ਹੀ ਤੇਰਾ ਘਰ ਬਣਾਇਆ ਆ। ਉਹ ਕਹਿੰਦੀ ਚੱਲ ਏਦਾਂ ਹੀ ਸਮਝ ਲੈ। ਉਹ ਕਹਿੰਦਾ ਮੈਨੂੰ ਤੇਰੀ ਕੋਈ ਜ਼ਰੂਰਤ ਨਹੀਂ, ਜਾ ਤੇਰਾ ਰਸਤਾ ਆ ਤੇ ਮੇਰਾ ਆ। ਉਹਨੇ ਛੱਡ ਦਿੱਤੀ, ਲਾਤੀ ਘੋੜੇ ਤੋਂ ਥੱਲੇ, ਕਹਿੰਦਾ ਜਾ ਜਿੱਥੇ ਜਾਣਾ। ਤੇ ਮੈਂ ਦੇਖਦਾ ਆ ਕਿ ਮੇਰਾ ਇਹ ਅਰੂਜ ਬਰਕਰਾਰ ਰਹਿੰਦਾ ਜਾਂ ਮੇਰੇ ਤੇ ਜ਼ਵਾਲ ਆਂਦਾ ਤੇਰੇ ਤੋਂ ਬਗੈਰ। ਔਰਤਾਂ ਮੈਨੂੰ ਬੜੀਆਂ ਕਹਿੰਦਾ। ਇੰਨਾ ਕਹਿ ਕੇ ਤਾਂ ਉਹਨੇ ਘੋੜੇ ਨੂੰ ਅੱਡੀ ਮਾਰੀ ਤਾਂ ਅੱਗੇ ਨਿਕਲ ਗਿਆ ਤੇ ਔਰਤ ਵਿਚਾਰੀ ਉੱਥੇ ਜੰਗਲ ਦੇ ਵਿੱਚ ਤੁਰੀ ਜਾਵੇ। ਅੱਗੇ ਦੇਖਿਆ ਕਿ ਇੱਕ ਨਾ ਛੋਟੀ ਜੀ ਬਸਤੀ ਆਈ ਆ। ਉੱਥੇ ਦੇਖਿਆ ਕਿ ਇੱਕ ਟੁੱਟਾ ਹੋਇਆ ਦਰਵਾਜ਼ਾ, ਉਹਦੇ ਵਿੱਚ ਮਾੜੀ ਜਿਹੀ ਝਾਤੀ ਮਾਰੀ, ਦੇਖਿਆ ਤੇ ਉਹੀ ਬਜ਼ੁਰਗ ਜਿਹੜਾ ਲੱਕੜੀਆਂ ਲੈ ਕੇ ਜਾਣ ਡਿਆ ਸੀ, ਫਟੇ ਪੁਰਾਣੇ ਕੱਪੜੇ, ਤੇ ਉਹ ਬੈਠਾ ਹੋਇਆ। ਤੇ ਕਹਿੰਦੀ ਬਾਬਾ ਜੀ ਮੈਨੂੰ ਅੰਦਰ ਆਉਣ ਦੀ ਇਜਾਜ਼ਤ ਆ? ਉਹ ਕਹਿੰਦਾ ਪੁੱਤਰ ਆ ਜਾ। ਕਹਿੰਦੀ ਬਾਬਾ ਜੀ ਤੁਹਾਡੇ ਘਰ ਦੇ? ਉਹ ਕਹਿੰਦਾ ਪੁੱਤਰ ਮੇਰੇ ਘਰ ਦੇ ਵਿੱਚ ਕੋਈ ਨਹੀਂ ਹੈਗਾ, ਨਾ ਮੇਰੀ ਧੀ ਆ, ਨਾ ਮੇਰਾ ਪੋਤਾ, ਤੇ ਨਾ ਮੇਰੀ ਬੀਵੀ ਆ। ਉਹ ਕਹਿੰਦੀ ਬਾਬਾ ਜੀ ਮੈਂ ਤੁਹਾਡੀ ਧੀ ਬਣ ਜਾਵਾਂ, ਮੈਂ ਤੁਹਾਡੇ ਕੋਲ ਰਹਿ ਸਕਦੀ ਆ? ਉਹ ਕਹਿੰਦਾ ਪੁੱਤਰ ਧੀ ਬਣਾਉਣ ਨੂੰ ਤੇ ਮੈਂ ਬਣਾ ਲਵਾਂ, ਤੂੰ ਮੇਰੇ ਕੋਲ ਰਹਿ, ਅੱਲਾਹ ਤਾਲਾ ਦੀ ਨਿਅਮਤ ਆ, ਅੱਲਾਹ ਤਾਲਾ ਦੀ ਰਹਿਮਤ ਆ। ਲੇਕਿਨ ਪੁੱਤਰ ਮੈਂ ਗਰੀਬ ਬੰਦਾ, ਮੈਂ ਥੋੜਾ ਬਹੁਤਾ ਖਾਣਾ ਪੀਣਾ ਆ, ਮੈਂ ਏਦਾਂ ਦਾ ਤੈਨੂੰ ਖਿਲਾਵਾਂਗਾ, ਮੈਂ ਕਿੱਥੋਂ ਤੈਨੂੰ ਖਿਲਾਵਾਂਗਾ? ਜੇ ਤਾਂ ਤੂੰ ਭੁੱਖੀ ਰਹਿ ਸਕਦੀ ਆ, ਮਾੜਾ ਮੋਟਾ ਖਾ ਸਕਦੀ ਆ ਤੇ ਠੀਕ ਆ। ਉਹ ਕਹਿੰਦੀ ਨਹੀਂ ਬਾਬਾ ਜੀ ਤੁਸੀਂ ਫਿਕਰ ਨਾ ਕਰੋ, ਔਰਤ ਹੀ ਘਰ ਨੂੰ ਬਣਾਉਂਦੀ ਆ, ਮੈਂ ਤੁਹਾਡੀ ਧੀ ਆ, ਮੈਂ ਤੁਹਾਡੇ ਨਾਲ ਚੱਲਾਂਗੀ ਔਰ ਦੁਆ ਕਰਾਂਗੇ ਅੱਲਾਹ ਤਾਲਾ ਮਿਹਰਬਾਨੀ ਸਾਡੇ ਤੇ ਕਰੇ। ਉਹ ਕਹਿੰਦਾ ਪੁੱਤਰ ਲੈ ਫਿਰ ਰਹਿ ਮੇਰੇ ਕੋਲ। ਸੁਬਹ ਬਾਬਾ ਜੀ ਉੱਠੇ ਤੇ ਉਹਨੇ ਜਿਹੜੇ ਸੀ ਕੱਪੜੇ ਉਹਨਾਂ ਨੂੰ ਪਾਬੰਦ ਲਾਏ, ਸੀਨਤੇ ਮਤਲਬ ਤਰੋਪੇ ਲਾਏ, ਜੁੱਤੀ ਨੂੰ ਤਰੋਪੇ ਲਾਏ, ਕੱਪੜੇ ਧੋਤੇ ਧੋ ਕੇ ਬਾਬਾ ਜੀ ਦੇ ਗਲੇ, ਬਾਬਾ ਜੀ ਆਪ ਕੱਪੜੇ ਅੱਬਾ ਜੀ ਪਾਓ ਤੁਸੀਂ। ਉਹਨਾਂ ਨੇ ਕੱਪੜੇ ਪਾਏ ਤੇ ਉਹਨਾਂ ਨੂੰ ਕਹਿੰਦੀ ਜਾਓ ਹੁਣ ਤੁਸੀਂ ਨਾ ਜਾ ਕੇ ਮਿਹਨਤ ਮਜ਼ਦੂਰੀ ਕਰਨ ਜਾਣਾ, ਜਾਓ ਜੀ। ਉਹ ਇੱਕ ਦੋ ਦਿਨ ਗਏ ਤੇ ਜਦੋਂ ਦੇਖਿਆ ਉਹਨੇ ਕਿ ਮੈਂ ਤਾਂ ਘਰ ਵਿਹਲੀ ਰਹਿਨੀ ਆ, ਕਹਿੰਦੀ ਬਾਬਾ ਜੀ ਬਜ਼ੁਰਗੋ ਮੈਂ ਤੇ ਘਰ ਦੇ ਵਿੱਚ ਵਿਹਲੀ ਰਹਿਨੀ, ਮੈਨੂੰ ਵੀ ਨਾਲ ਲੈ ਜਾਇਆ ਕਰੋ। ਬਾਬਾ ਜੀ ਕਹਿੰਦੇ ਪੁੱਤਰ ਇਹ ਮੁਨਾਸਬ ਨਹੀਂ ਲੱਗਦਾ ਕਿ ਧੀਆਂ ਨੂੰ ਨਾਲ ਲੈ ਕੇ ਜਾਈਏ ਕੰਮ ਤੇ ਤੂੰ ਮੇਰੀ ਧੀ ਇੱਥੇ ਹੀ ਰਹਿ, ਮੈਂ ਜਿੰਨੀ ਕੁ ਮਿਹਨਤ ਕਰਦਾ ਆ ਮੈਂ ਆਪਣੀ ਧੀ ਤੈਨੂੰ ਖਿਲਾਉਂਦਾ ਪਿਲਾਉਂਦਾ ਰਵਾਂਗਾ, ਤੂੰ ਇਹੀ ਆ ਮੇਰੇ ਕੱਪੜੇ ਧੋ ਦਿੰਨੀ ਆ, ਮੈਨੂੰ ਸਾਫ ਸੁਥਰਾ ਰੱਖਣ ਲੱਗ ਗਈ ਆ। ਉਹ ਕਹਿੰਦੀ ਅੱਬਾ ਜੀ ਏਦਾਂ ਤੇ ਗੱਲ ਕੋਈ ਨਹੀਂ, ਤੁਹਾਨੂੰ ਮੈਂ ਹੁਣ ਬਾਪ ਬਣਾ ਲਿਆ, ਹੁਣ ਤੇ ਮੈਂ ਤੁਹਾਡੇ ਨਾਲ ਕੁਛ ਕਰਨਾ ਹੀ ਕਰਨਾ। ਉਹ ਕਹਿੰਦਾ ਪੁੱਤਰ ਨਹੀਂ, ਕਹਿੰਦੀ ਅੱਬਾ ਜੀ ਗੱਲ ਏਦਾਂ ਆ ਕਿ ਬਜ਼ੁਰਗੋ ਮੈਂ ਨਾ ਸਿਲਾਈ ਕਢਾਈ ਦਾ ਚੰਗਾ ਕੰਮ ਕਰ ਲੈਂਦੀ ਆ, ਤੇ ਏਦਾਂ ਨਾ ਕਰੀਏ ਕਿ ਮੈਂ ਸਿਲਾਈ ਕਢਾਈ ਦਾ ਕੰਮ ਸ਼ੁਰੂ ਕਰ ਲੈਂਦੀ ਆ। ਉਹ ਕਹਿੰਦਾ ਲੈ ਪੁੱਤਰ ਏਦਾਂ ਕਰ ਲਓ ਤੁਸੀਂ, ਚਲੋ ਔਰਤਾਂ ਪਿੰਡ ਦੀਆਂ ਆ ਜਾ ਕਰਨਗੀਆਂ। ਉਹ ਕੱਲੇ ਘਰ ਗਈ ਜਾ ਕੇ ਕਹਿੰਦੀ ਮੈਂ ਇੱਥੇ ਨਾ ਸਿਲਾਈ ਕਰ ਲੈਣੀ ਆ, ਜਿੱਥੇ ਤੁਸੀਂ ਅਗਰ 5 ਰੁਪਏ ਦਿੰਨੇ ਆ ਮੈਨੂੰ ਤੁਸੀਂ 2.5 ਰੁਪਏ ਦੇਈ ਜਾਓ। ਪੁਰਾਣੇ ਵਕਤ ਦੀ ਗੱਲ ਆ, ਚੰਗੇ ਮਤਲਬ ਕਿ ਇੰਨਾ ਰੇਟ ਬਹੁਤ ਜ਼ਿਆਦਾ ਹੁੰਦਾ ਸੀਗਾ। ਉਹਨਾਂ ਇੱਕ ਦੋ ਔਰਤਾਂ ਨੇ ਕਿਹਾ ਕਿ ਚਲੋ ਚੱਕ ਤੇ ਕਰਦੇ ਆ, ਉਹਦੇ ਕੋਲ ਸੂਟ ਸਿਲਾਉਣ ਲੱਗੀਆਂ
ਉਹ ਸੂਟ ਨਾ ਸੋਹਣੇ ਸਿੰਦੀ ਸੀ, ਕਢਾਈ ਸੋਹਣੀ ਕਰਦੀ ਸੀ। ਉਹ ਇੱਕ ਨੇ ਦੂਸਰੀ ਨੂੰ ਦੱਸ ਵੀ ਹੋਏ ਤਾਂ ਬਹੁਤ ਸੋਹਣਾ ਕੰਮ ਕਰਦੀ ਹੈ, ਦੂਸਰੀ ਨੇ ਤੀਸਰੀ ਨੂੰ ਦੱਸ, ਤੀਸਰੀ ਨੇ ਚੌਥੀ, ਉਹ ਤਾਂ ਪੂਰਾ ਪਿੰਡ ਉਹਦੇ ਕੋਲ ਆ ਕੇ ਕੱਪੜੇ ਸਿਲਾਣ ਲੱਗ ਗਿਆ, ਮੁਕੱਦਰ ਖੁੱਲਣ ਲੱਗੇ। ਉਹ ਕਰਦੇ ਕਰਦੇ ਨਾ ਦੂਸਰਾ ਪਿੰਡ ਦੀ ਵਿੱਚ ਵੀ ਅਫਵਾਹ ਫੈਲ ਗਈ ਵੀ ਫਲਾਂ ਪਿੰਡ ਦੇ ਵਿੱਚ ਦਰਜਨ ਬਹੁਤ ਸੋਹਣੀ ਆਈ ਆ, ਬਾਬੇ ਦੀ ਕੁੜੀ ਆ। ਉਹ ਉਧਰੋਂ ਵੀ ਲੋਕ ਆਣ ਲੱਗ ਗਏ, ਅੱਛੀ ਔਰਤ ਆ। ਤੇ ਉਧਰੋਂ ਬਜ਼ੁਰਗਾਂ ਨੂੰ ਕਹਿੰਦੀ ਕਿ ਬਾਬਾ ਜੀ ਹੁਣ ਨਾ ਰੋਟੀ ਪਾਣੀ ਸਾਡਾ ਚੱਲਣ ਲੱਗ ਗਿਆ, ਤੁਸੀਂ ਨਾ ਮਿਹਨਤ ਮਜ਼ਦੂਰੀ ਕਰਨੀ ਛੱਡ ਦਿਓ। ਉਹ ਕਹਿੰਦਾ ਨਹੀਂ ਪੁੱਤਰ, ਮੈਂ ਮਿਹਨਤ ਮਜ਼ਦੂਰੀ ਨਾ ਕੀਤੀ ਤਾਂ ਸਿਆਣਾ ਬੰਦਾ ਮੈਂ ਬੈਠ ਜਾਵਾਂਗਾ। ਸਾਡੇ ਪੰਜਾਬੀ ਜਿਹੜੇ ਨਾ ਪਿੰਡਾਂ 'ਚ ਰਹਿਣ ਵਾਲੇ, ਉਹ ਮਿਹਨਤ ਕਰਦੇ ਹੀ ਰਹਿੰਦੇ ਆ, ਉਹ ਨਾ ਲੱਗੇ ਹੀ ਰਹਿੰਦੇ ਆ, ਹਾਂਜੀ, ਪੁਰਜੇ ਚੱਲਦੇ ਰਹਿਣ, ਲੱਤਾਂ ਮਾਵਾਂ ਹਿੱਲਦੀਆਂ ਰਹਿਣ। ਉਹ ਕਹਿੰਦੀ ਅੱਛਾ ਬਜ਼ੁਰਗੋ ਏਦਾਂ ਫਿਰ ਕਰਦੇ ਆ ਬਾਬਾ ਜੀ, ਮੈਂ ਤੁਹਾਨੂੰ ਨਾ ਇੱਕ ਗਧਾ ਲੈ ਦਿੰਨੀ ਆ, ਇੱਕ ਖੋਤਾ ਲੈ ਦਿੰਨੀ ਆ, ਤੁਸੀਂ ਉੱਤੇ ਰੱਖ ਕੇ ਲਾਇਆ ਕਰੋ, ਤੁਸੀਂ ਲੱਕੜੀਆਂ ਮੋਢੇ ਤੇ ਰੱਖ ਕੇ ਲਿਆਂਦੇ ਹੋ। ਕਹਿੰਦਾ ਲੈ ਪੁੱਤਰ ਇਹ ਤਾਂ ਬੜੀ ਗੱਲ, ਉਹਨੇ ਪੈਸੇ ਜੋੜੇ ਸੀ, ਉਹਨੂੰ ਖੋਤਾ ਲੈਤਾ, ਗਧਾ ਲੈਤਾ। ਹੁਣ ਬਾਬਾ ਜੀ ਨੇ ਜਾਣਾ, ਗਧੇ ਨੂੰ ਲੱਦ ਕੇ ਲੈ ਕੇ ਆਣਾ। ਪਹਿਲੇ ਬਾਬਾ ਜੀ ਨੇ ਮੋਢਿਆਂ ਤੇ ਜਿੰਨਾ ਕੁ ਬਾਲਣ ਆਣਾ, ਲੱਕੜਾਂ ਆਣੀਆਂ ਉਨੀਆਂ ਕੁ ਲੈ ਕੇ ਆਣੀਆਂ। ਉਹ ਕਰਦੇ ਕਰਦੇ ਬਜ਼ੁਰਗਾਂ ਦੇ ਵੀ ਕਾਰੋਬਾਰ 'ਚ ਤਰੱਕੀ ਹੋ ਗਈ, ਮਾਸ਼ਾਅੱਲਾ, ਟਾਲਾਂ ਦਾ ਮਾਲਕ ਬਣ ਗਿਆ। ਹਾਂਜੀ, ਟਾਲਾਂ ਦਾ ਮਾਲਕ ਬਣ ਗਿਆ। ਤੇ ਉਧਰੋਂ ਔਰਤ ਦੇ ਕੋਲ ਵੀ ਦੂਰੋਂ ਦੂਰੋਂ ਕੱਪੜੇ ਸਿਲਾਈ ਆਣ, ਉਹਦੇ ਕੋਲ ਟਾਈਮ ਕੋਈ ਨਾ। ਔਰਤ ਨੇ ਹੋਰ ਬੱਚੀਆਂ ਨਾਲ ਰੱਖ ਲਈਆਂ ਸ਼ਗਿਰਦਣਾ, ਤੇ ਬਾਬਾ ਜੀ ਨੂੰ ਉਹਨੇ ਹੋਰ ਗਧੇ ਲੈ ਕੇ ਮੁੱਲ ਦੇ ਦਿੱਤੇ। ਉਹਨੇ ਕਿਹਾ ਬਾਬਾ ਜੀ ਇੱਕ ਦੇ 2, 2 ਦੇ 4, 4 ਦੇ 10, 10 ਦੇ 15। ਉਹ ਡਾਰ ਗਧਿਆਂ ਦੀ, ਉਹ ਬਾਲਣ ਬਾਬਾ ਜੀ ਨੇ ਲੱਦਿਆ ਹੋਣਾ। ਉਹ ਬਾਬਾ ਜੀ ਤਾਂ ਚੰਗੇ ਭਲੇ ਟਾਲ ਦਾ ਮਾਲਕ ਬਣ ਗਿਆ। ਉਧਰੋਂ ਉਹਨੇ ਔਰਤਾਂ ਵੀ ਬੜੀਆਂ ਰੱਖ ਲਈਆਂ, ਸ਼ਗਿਰਦਨਾਂ ਵੀ, ਤੇ ਉਹਦੇ ਕੋਲ ਵੀ ਢੇਰ ਸਾਰਾ ਕੰਮ ਸ਼ੁਰੂ ਹੋ ਗਿਆ। ਪੈਸਾ ਉਹਨਾਂ ਦੇ ਬਾਬਾ ਹੀ ਆਸ਼ਕ ਹੋ ਗਿਆ ਕਿ ਪੈਸਾ ਵੈਸਾ ਆਣ ਲੱਗ ਗਿਆ। ਅੱਲਾਹ ਤਾਲਾ ਦੀ ਰਹਿਮਤ ਹੋ ਗਈ। ਉਹ ਕਹਿੰਦੀ ਕਿ ਬਾਬਾ ਜੀ ਹੁਣ ਆਪਾਂ ਇੰਨੇ ਕੁ ਪੈਸੇ ਜਮਾ ਕਰ ਚੁੱਕੇ ਆ, ਇੱਕ ਆਪਾਂ ਮਸ਼ੀਨ ਲੈ ਲਈਏ ਧਾਗਾ ਬਣਾਉਣ ਵਾਲੀ, ਠੀਕ ਆ, ਤੇ ਕਪਾਹ ਕਪੂਹ ਤੇ ਆਪਣੇ ਕੋਲ ਹੁੰਦੀ ਆ, ਤੇ ਫਿਰ ਆਪਾਂ ਧਾਗਾ ਜਿਹੜਾ ਨਾ ਉਹ ਸ਼ਹਿਰ ਵੇਚ ਕੇ ਆਇਆ ਕਰਾਂਗੇ। ਤੇ ਉਹਨੇ ਕਿਹਾ ਠੀਕ ਆ। ਉਹਨਾਂ ਨੇ ਪੈਸੇ ਜੋੜੇ ਜੂੜੇ ਤੇ ਇੱਕ ਨਾ ਧਾਗਾ ਬਣਾਉਣ ਵਾਲੀ ਮਸ਼ੀਨ ਲੈ ਲਈ। ਕਪਾਹ ਕਪੂਹ ਲੈਣੀ, ਔਰਤਾਂ ਰੱਖ ਲਈਆਂ, ਉਹਨਾਂ ਨੇ ਮਤਲਬ ਉਹਨੂੰ ਸਾਫ਼ ਸੂਫ ਕਰਨਾ ਜਿਸ ਤਰ੍ਹਾਂ ਵੀ, ਤੇ ਉਹ ਧਾਗਾ ਬਣਾ ਕੇ ਤੇ ਉਹਨੇ ਵੇਚਣਾ। ਉਹਨੇ ਆਪਣੀ ਨਾ ਕੋਈ ਫੈਕਟਰੀ ਛੋਟੀ ਜੀ ਬਣਾਉਂਦੇ, ਇੱਕ ਮਸ਼ੀਨ ਤੋਂ 2 ਕੀਤੀਆਂ, 2 ਤੋਂ 3 ਕੀਤੀਆਂ। ਮੁੜ ਕੇ ਕਰਦੀ ਕਰਦੀ ਨੇ ਇੱਕ ਕੱਪੜਾ ਬਣਾਉਣ ਵਾਲੇ ਮਸ਼ੀਨ ਰੱਖ ਲਈ, ਉਹ ਕੱਪੜਾ ਬਣਨ ਲੱਗ ਗਿਆ। ਮੁੜ ਕੇ ਆਪੇ ਹੀ ਕਢਾਈ ਕਰਨੀ, ਆਪਣਾ ਹੀ ਬ੍ਰਾਂਡ, ਆਪਣਾ ਹੀ ਸਿਸਟਮ ਚਲਾਤਾ। ਉਹ ਤੇ ਸ਼ਹਿਰਾਂ ਤੱਕ ਗੱਲ ਫੈਲ ਗਈ, ਉਹ ਸ਼ਹਿਰਾਂ ਤੱਕ ਉਹਦਾ ਬ੍ਰਾਂਡ ਬਣ ਗਿਆ। ਤੇ ਬਾਬਾ ਜੀ ਦਾ ਵੀ ਲੱਕੜ ਦਾ ਕਾਰੋਬਾਰ ਜਾਂ ਮਤਲਬ ਬਾਲਣ ਤੇ ਸੀਗਾ, ਤੇ ਜਾਂ ਵੱਡੀ ਵੱਡੀ ਮਹਿੰਗੀ ਲੱਕੜ ਤੇ ਕੰਮ ਤੁਰ ਪਿਆ। ਗੱਡੀਆਂ ਆ ਗਈਆਂ, ਮੋਟਰਾਂ ਆ ਗਈਆਂ। ਤੇ ਏਦਾਂ ਹੀ ਨਾ ਹੁਣ ਜਿਹੜਾ ਜਿਸ ਬੰਦੇ ਨੇ ਉਹਨੂੰ ਛੱਡਿਆ ਸੀਗਾ, ਉਹ ਸੀ ਚੰਗਾ ਜ਼ਿਮੀਂਦਾਰ, ਜਾਇਦਾਦ ਦਾ ਮਾਲਕ ਸੀਗਾ। ਉਹ ਨਾ ਕਿਤੇ ਏਦਾਂ ਹੋਈ ਕਿ ਉਹਨੇ ਆਪਣਾ ਵਿਆਹ ਕਰਵਾ ਲਿਆ ਸੀ। ਹੋਰ ਉਹਨੇ ਵਿਆਹ ਕਰਵਾ ਲਿਆ ਸੀ। ਉਹਨੇ ਜਿੰਨਾ ਵੀ ਕਮਾਣਾ ਨਾ ਆਪਣੀ ਬੁੱਢੀ ਨੂੰ ਕਹਿਣਾ ਕਿ ਆ ਲੈ ਭਲੀਏ ਲੋਕੇ, ਜਿੱਦਾਂ ਪਹਿਲੀ ਨੂੰ ਦਿੰਦਾ ਸੀ, ਆ ਲੈ ਆ ਰੱਖ ਲੈ। ਉਹਨੇ ਜਿੰਨਾ ਕਮਾਣਾ ਉਹਨੇ ਉਹਨੂੰ ਫੜਾ ਦੇਣਾ, ਉਹਨੇ ਖਾ ਪੀ ਜਾਣਾ। ਹੁਣ ਨਾ ਹੋਇਆ ਏਦਾਂ ਕਿ ਇੱਕ ਦਫਾ ਨਾ ਸਲਾਬ ਆ ਗਿਆ। ਸਾਰਿਆਂ ਦੀਆਂ ਫਸਲਾਂ ਬਰਬਾਦ, ਤਬਾਹ ਬਰਬਾਦ ਹੋ ਗਈਆਂ। ਜਿਹੜੇ ਛੋਟੇ ਜ਼ਿਮੀਂਦਾਰ ਸੀ ਉਹ ਤਾਂ ਵਿਚਾਰੇ ਤਬਾਹ ਹੋ ਗਏ, ਜਿਹੜੇ ਵੱਡੇ ਸੀ ਉਹਨਾਂ ਨੇ ਪੈਸਾ ਵੈਸਾ ਜੋੜਿਆ ਸੀ, ਉਹਨਾਂ ਨੇ ਫਿਰ ਪੈਸਾ ਲਾਇਆ ਤੇ ਫਿਰ ਆਪਣੀਆਂ ਫਸਲਾਂ ਕੱਢ ਲਈਆਂ। ਉਹ ਆਪਣੀ ਬੁੱਢੀ ਨੂੰ ਜਾ ਕੇ ਕਹਿੰਦਾ ਭਲੀਏ ਲੋਕੇ, ਮੈਂ ਤੈਨੂੰ ਇੰਨੇ ਪੈਸੇ ਦਿੰਦਾ ਰਿਹਾ ਤੇ ਮੇਰੀ ਫਸਲ ਤਬਾਹ ਹੋ ਗਈ ਆ, ਸਲਾਬ ਆ ਗਿਆ ਸੀ ਤੇ ਆਪਾਂ ਫਸਲਾਂ ਦੁਬਾਰਾ ਕੱਢਣੀਆਂ। ਉਹ ਕਹਿੰਦੀ ਮੈਨੂੰ ਕੀ ਪਤਾ, ਤੁਸੀਂ ਤੇ ਮੈਨੂੰ ਖਰਚਣ ਨੂੰ ਹੀ ਦਿੰਦੇ ਸੀਗੇ, ਉਹ ਮੈਂ ਤਾਂ ਕਿਹਾ ਮੇਰੇ ਵਾਸਤੇ ਆ, ਮੈਂ ਤੇ ਉਹ ਖੁਰਚ ਲਏ ਆ। ਉਹਨੇ ਕਿਹਾ ਅੱਛਾ। ਉਹ ਗਿਆ ਜਾ ਕੇ ਬੈਂਕ ਤੋਂ ਸੂਦ ਸਾਧ ਲਿਆ ਜ਼ਮੀਨਾਂ ਤੇ, ਫਿਰ ਫਸਲਾਂ ਕੱਢੀਆਂ, ਕੁਦਰਤ ਖੁਦਾ ਦੀ, ਫਿਰ ਉਹ ਸਲਾਬ ਆ ਗਿਆ, ਉਹਦਾ ਬੇੜਾ ਗਰਕ ਹੋ ਗਿਆ, ਤਬਾਹ ਬਰਬਾਦ ਹੋ ਗਿਆ। ਜਦੋਂ ਪੈਸਾ ਕੁਛ ਨਾ ਰਿਹਾ, ਜ਼ਮੀਨਾਂ ਵੇਚੀਆਂ, ਘਰ ਵੇਚਿਆ ਤੇ ਉਹ ਸੂਦ ਅਦਾ ਕੀਤਾ। ਉਹ ਪੈਸੇ ਜਿਹੜੇ ਲਏ ਸੀ ਆਧਾਰੇ ਉਹ ਅਦਾ ਕੀਤੇ, ਸੂਦ ਤੇ ਪੈਸੇ ਲਏ ਸੀ। ਹੁਣ ਨਾ ਜਿਹੜੀ ਔਰਤ ਸੀ ਉਹਨੇ ਦੇਖਿਆ ਬੰਦਾ ਗਰੀਬ ਹੋ ਗਿਆ, ਉਹ ਵੀ ਉਹਨੂੰ ਛੱਡ ਕੇ ਚਲੇ ਗਈ। ਉਹ ਵਿਚਾਰਾ ਕਿਤੇ ਗਿਆ ਜਾ ਕੇ ਪਿੰਡ ਦੇ ਵਿੱਚ, ਕਿਤੇ ਦੂਰ ਜਾ ਕੇ ਜਿੱਥੇ ਕੋਈ ਨਾ ਗਰੀਬਾਂ ਦੀ ਬਸਤੀ ਸੀ, ਸਸਤਾ ਜਿਹਾ ਕੋਈ ਮਕਾਨ ਲਿਆ ਕਿਰਾਏ ਤੇ, ਕੱਚਾ ਜਿਹਾ, ਉੱਥੇ ਜਾ ਕੇ ਬੈਠ ਗਿਆ ਇਕੱਲਾ ਹੀ। ਹੁਣ ਜਿਹੜੀ ਔਰਤ ਅਮੀਰ ਹੋ ਗਈ ਸੀ ਨਾ, ਉਹਦੀ ਪਹਿਲੀ ਔਰਤ, ਉਹ ਬਾਬੇ ਦੇ ਨਾਲ ਰਹਿੰਦੀ ਸੀ, ਉਹ ਵੀ ਕਿਤੇ ਨਾ ਗੱਡੀਆਂ ਮੋਟਰਾਂ ਦੀ ਮਾਲਕ ਬਣ ਗਈ ਤੇ ਕਿਤੋਂ ਜਾਣ ਡਈ ਆ। ਕੋਈ ਨਾ ਰਮਜ਼ਾਨ ਸ਼ਰੀਫ ਦਾ ਮਹੀਨਾ ਆਉਣ ਵਾਲਾ ਸੀ, ਉਹਨੇ ਕਿਹਾ ਜ਼ਕਾਤ ਜ਼ਕੂਤ ਨਾ ਦਈਏ, ਮਤਲਬ ਕਿ ਨਾ ਗਰੀਬਾਂ ਨੂੰ, ਕੋਈ ਆਪਣੇ ਕੋਈ ਰੋਟੀ ਪਾਣੀ ਕਰਨ, ਕੋਈ ਕੱਪੜੇ ਛੱਪੜੇ ਖਰੀਦਣ। ਉਹਨੂੰ ਪਤਾ ਲੱਗਾ ਕਿ ਫਲਾਂ ਬਸਤੀ ਦੇ ਵਿੱਚ ਨਾ ਬਹੁਤ ਗਰੀਬ ਲੋਕ ਰਹਿੰਦੇ ਆ। ਉੱਥੇ ਜਾ ਗਈ ਆ, ਜਾ ਕੇ ਗੱਡੀ ਖਿਲਾਰੀ ਆ, ਪਹਿਲੇ ਘਰ ਦੇ ਅੱਗੇ ਗੱਡੀ ਖਿਲਾਰੀ, ਜਾ ਕੇ ਦਰਵਾਜ਼ਾ ਖੜਕਾਇਆ ਤਾਂ ਦੇਖਿਆ ਉਹਦਾ ਹੀ ਬੰਦਾ। ਉਹ ਦੇਖਿਆ, ਉਹ ਦੇਖ ਕੇ ਕਹਿੰਦੀ ਤੂੰ ਕਿੱਧਰ? ਉਹ ਕਹਿੰਦਾ ਤੂੰ ਕਿੱਧਰ? ਉਹ ਕਹਿੰਦੀ ਪਹਿਲੇ ਮੈਨੂੰ ਇਹ ਦੱਸ ਕਿ ਤੈਨੂੰ ਕੀ ਹੋਇਆ? ਉਹ ਕਹਿੰਦਾ ਪਹਿਲੇ ਮੈਨੂੰ ਇਹ ਦੱਸ ਤੂੰ ਕਿੱਦਾਂ ਗੱਡੀਆਂ ਮੋਟਰਾਂ ਦੀ
ਮਾਲਕ ਬਣ ਗਈ। ਮਾਲਕ ਬਣ ਗਈ। ਉਹਨੇ ਕਿਹਾ ਗੱਲ ਇਹ ਆ ਕਿ ਮੈਂ ਕਹਿੰਦੀ ਸੀ ਨਾ ਕਿ ਆਪਣੀ ਸਾਰੀ ਸਟੋਰੀ ਸੁਣਾਈ ਨਾ ਕਿ ਔਰਤ ਅਗਰ ਅਕਲਮੰਦ ਹੋਵੇ ਤਾਂ ਅਮੀਰ ਬੰਦੇ ਨੂੰ ਬਣਾਉਂਦੀ ਆ, ਔਰਤ ਅਗਰ ਬੇਅਕਲ ਹੋਵੇ ਤਾਂ ਗਰੀਬ ਬਣਾਉਂਦੀ ਆ। ਮੈਂ ਉਸੇ ਬਜ਼ੁਰਗ ਨੂੰ ਆਪਣਾ ਪਿਓ ਬਣਾ ਲਿਆ ਤੇ ਅਸੀਂ ਦੋਨਾਂ ਨੇ ਪਿਓ ਧੀ ਨੇ ਮਿਹਨਤ ਕੀਤੀ ਤਾਂ ਅੱਜ ਅਸੀਂ ਗੱਡੀਆਂ ਦੇ ਮਾਲਕ ਬਣ ਗਏ। ਤੂੰ ਆਪਣਾ ਦੱਸ। ਆਪਣਾ ਦੱਸ। ਉਹ ਕਹਿੰਦਾ ਬਸ ਗੱਲ ਤੇਰੀ ਸਹੀ ਆ, ਮੈਨੂੰ ਇੱਕ ਬੇਵਕੂਫ ਬੇਅਕਲ ਔਰਤ ਮੇਰੇ ਪੱਲੇ ਪੈ ਗਈ। ਉਹਨੂੰ ਮੈਂ ਪੈਸੇ ਜਿੱਦਾਂ ਤੈਨੂੰ ਦਿੰਦਾ ਸੀ ਉਹਨੂੰ ਦਿੰਦਾ ਰਿਹਾ, ਤੂੰ ਜੋੜ ਕੇ ਰੱਖਦੀ ਰਹੀ, ਉਹ ਗਵਾਉਂਦੀ ਰਹੀ। ਜਦੋਂ ਜ਼ਰੂਰਤ ਆਈ ਆ, ਅੱਗੇ ਵੀ ਸਲਾਹ ਆਉਂਦੇ ਸੀ, ਤੂੰ ਪੈਸੇ ਜੋੜੇ ਹੁੰਦੇ ਸੀ ਤੇ ਮੈਨੂੰ ਦੇ ਦਿੰਦੀ ਸੀ, ਅੱਗੇ ਨਾਲੋਂ ਅੱਲਾਹ ਤਾਲਾ ਡਬਲ ਦੇ ਦਿੰਦਾ ਸੀ। ਤੇ ਉਹਨੇ ਪੈਸਾ ਜੋੜਿਆ, ਕੋਈ ਨਹੀਂ, ਬਰਬਾਦ ਹੋ ਗਿਆ, ਸੂਦ ਤੇ ਲਿਆ ਪੈਸਾ, ਉਹ ਫਿਰ ਨਹੀਂ ਉਹਨੇ ਕੁਝ ਵੀ ਰੱਖਿਆ। ਅਗਲਾ ਫਿਰ ਸਲਾਬ ਆ ਗਿਆ, ਤਬਾਹ ਬਰਬਾਦ ਹੋ ਗਿਆ, ਉਹ ਵੀ ਮੈਨੂੰ ਛੱਡ ਕੇ ਚਲੀ ਗਈ ਤੇ ਮੈਂ ਤਾਂ ਬਰਬਾਦ ਹੋ ਗਿਆ। ਗੱਲ ਇਹ ਆ, ਸਹੀ ਤਰੀ ਸੀ ਕਿ ਅਕਲਮੰਦ ਔਰਤ ਹੋਵੇ ਘਰ ਬਣਾ ਦਿੰਦੀ, ਬੇਵਕੂਫ ਹੋਵੇ ਤਾਂ ਬਰਬਾਦ ਕਰ ਦਿੰਦੀ ਹੈ।